ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਨਿਤਨੇਮ ਕਰਮ ਅਨੁਸਾਰ ਪਰਮੇਸ਼ਰ ਦੇ ਚਰਨਾਂ ਕਮਲਾਂ ਵਿੱਚ ਵਿਖੇ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਗੁਰਸਿੱਖਾਂ ਦੀ ਰਸਨਾ ਤੋਂ ਸਰਵਣ ਕਰਦੇ ਹੋ। ਨਾਲ ਨਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਉਸ ਦੇ ਅਰਥ ਬੋਧ, ਇਤਿਹਾਸ ਇੱਕ ਬਹੁਤ ਵੱਡਾ ਉਦਮ ਉਪਰਾਲਾ ਅਸੀਂ ਕਰਦੇ ਹਾਂ। ਜਿੱਥੇ ਤਨ ਦੀ ਖੁਰਾਕ ਪਰਮਾਤਮਾ ਨੇ ਸਾਨੂੰ ਬੜੀ ਬਖਸ਼ੀ ਹੈ, ਮਨ ਨੂੰ ਖੁਰਾਕ ਦੇਣ ਵਾਸਤੇ ਪਰਮਾਤਮਾ ਨੇ ਆਪਣੇ ਅਨੇਕਾਂ ਦੁਆਰੇ ਬਣਾਏ ਹਨ, ਜਿਨ੍ਹਾਂ ਦੁਆਰਿਆਂ 'ਤੇ ਪਰਮਾਤਮਾ ਮਨੁੱਖ ਦੇ ਮਨ ਦੀ ਖੁਰਾਕ ਉਸ ਨੂੰ ਦੇ ਰਹੇ ਹਨ। ਮਨ ਦੀ ਖੁਰਾਕ ਹੈ ਕਿ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਕਿਸ ਦਾ ਕਰਨਾ ਹੈ, ਕਦੋਂ ਕਰਨਾ ਹੈ, ਕਿਵੇਂ ਕਰਨਾ ਹੈ, ਕਿਉਂ ਕਰਨਾ ਹੈ। ਇਹ ਸਭ ਕੁਝ ਪਰਮੇਸ਼ਰ ਆਪਣੀ ਪਵਿੱਤਰ ਗੁਰਬਾਣੀ ਰਾਹੀਂ ਬਖਸ਼ਦੇ ਨੇ, ਤਾਂ ਕਿ ਜਿਹੜੀ ਜ਼ਿੰਦਗੀ ਹੈ ਇਹ ਜ਼ਿੰਦਗੀ ਹਰ ਪੱਖ ਤੋਂ ਮਨੁੱਖ ਦੀ ਫਰਤੀਲੀ ਰਹੇ। ਹਰ ਪੱਖ ਤੋਂ ਜਿਹੜਾ ਮਨੁੱਖ ਦਾ ਜੀਵਨ ਹੈ ਇਹ ਫਰਤੀਲਾ ਹੋਵੇ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੜੇ ਮਾਣ ਸਤਿਕਾਰ ਦੇ ਨਾਲ ਅਸੀਂ ਬਾਜਾਂ ਵਾਲਾ ਸਤਿਗੁਰ ਕਹਿੰਦੇ ਹਾਂ, ਕਿਉਂਕਿ ਉਹਨਾਂ ਨੇ ਬਾਜ ਆਪਣੇ ਨਾਲ ਰੱਖਿਆ। ਬਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਕੋਲ ਵੀ ਸੀ, ਬਾਜ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਵੀ ਕੋਲ ਸੀ। ਬਾਜ ਦੇ ਵਿੱਚ ਗੁਣ ਬੜੇ ਨੇ। ਬਾਜ ਦੇ ਵਿੱਚ ਸਭ ਤੋਂ ਵੱਡਾ ਗੁਣ ਹੈ ਕਿ ਬਾਜ ਫਰਤੀਲਾ ਬਹੁਤ ਹੈ। ਬਾਜ ਪੰਛੀ ਹੈ ਜਿਹੜਾ ਬਹੁਤ ਫਰਤੀਲਾ ਹੈ। ਔਰ ਆਪ ਜੀ ਨੂੰ ਚੇਤੇ ਹੋਵੇ ਕਿ ਜਿਹੜੀਆਂ ਸਿੱਖ ਧਰਮ ਦੇ ਅੰਦਰ ਜੰਗਾਂ ਸ਼ੁਰੂ ਹੋਈਆਂ ਨੇ, ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਜੰਗ ਹੋਈ ਸੀ ਇਹ ਬਾਜ ਤੋਂ ਹੀ ਸ਼ੁਰੂ ਹੋਈ ਸੀ। ਲਾਹੌਰ ਦੇ ਬਾਦਸ਼ਾਹ ਦਾ ਬਾਜ ਉੱਡ ਕੇ ਆ ਗਿਆ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਛੱਡੇ ਹੋਏ ਬਾਜ ਨੇ ਉਹਨੂੰ ਧਰਤੀ 'ਤੇ ਸੁੱਟ ਲਿਆ। ਉਸ ਤੋਂ ਬਾਅਦ ਉਹ ਬਾਜ ਨੂੰ ਟੋਲਦੇ ਟੋਲਦੇ ਆਏ ਸਿਪਾਹੀ, ਉਹਨਾਂ ਨੇ ਆ ਕੇ ਕਿਹਾ ਸਾਡਾ ਬਾਜ ਦੇ ਦਿਓ। ਨਾਲ ਉਹਨਾਂ ਨੇ ਵਚਨ ਕਰ ਦਿੱਤਾ, ਕਹਿੰਦੇ ਜੇ ਤੁਸੀਂ ਸਾਡਾ ਬਾਜ ਨਾ ਦਿਓਗੇ ਤਾਂ ਅਸੀਂ ਲੈਣ ਜਾਣਦੇ ਹਾਂ। ਤਾਂ ਛੇਵੇਂ ਪਾਤਸ਼ਾਹ ਫਿਰ ਮਹਾਰਾਜ ਕਹਿਣ ਲੱਗੇ ਹੁਣ ਤੁਸੀਂ ਬਾਜ ਜਿਵੇਂ ਲੈਣਾ ਚਾਹੁੰਦੇ ਹੋ ਤੁਸੀਂ ਉਵੇਂ ਹੀ ਲੈ ਲਓ। ਇੱਥੋਂ ਸਿੱਖ ਧਰਮ ਦੇ ਅੰਦਰ ਜੰਗਾਂ ਦੀ ਮੁੱਢ ਵੱਜਿਆ ਸੀ, ਕਿਉਂਕਿ ਬਾਜ ਫਰਤੀਲਾ ਬਹੁਤ ਹੈ। ਫਰਤੀਲਾ ਇਹ ਅਸਮਾਨ ਦੇ ਵਿੱਚ ਉੱਡਦਾ ਉੱਡਦਾ ਸ਼ਿਕਾਰ ਨੂੰ ਪਤਾ ਤੱਕ ਨਹੀਂ ਲੱਗਣ ਦਿੰਦਾ ਕਿ ਕਦੋਂ ਇਸ ਨੂੰ ਧਰਤੀ ਤੋਂ ਚੁੱਕ ਕੇ ਲੈ ਗਿਆ। ਔਰ ਆਪਣੇ ਆਪ ਨੂੰ ਬਹੁਤ ਫਰਤੀਲਾ ਰੱਖਣ ਵਾਸਤੇ, ਆਪਣੇ ਖੂਨ ਨੂੰ ਬਹੁਤ ਤੇਜ਼ ਰੱਖਣ ਵਾਸਤੇ
ਇਹ ਉਡਾਰੀ ਮਾਰਦਾ, ਆਮ ਪੰਛੀਆਂ ਵਾਂਗੂ ਸਿੱਧੀਆਂ ਉਡਾਰੀਆਂ ਨਹੀਂ ਮਾਰਦਾ, ਇਹ ਪਲਟ ਪਲਟ ਕੇ ਉਡਾਰੀਆਂ ਮਾਰਦਾ ਜਦੋਂ ਇਹਨੇ ਆਪਣੇ ਖੂਨ ਨੂੰ ਗਰਮ ਕਰਨਾ ਰੱਖਣਾ ਹੁੰਦਾ ਹੈ। ਪਲਟ ਪਲਟ ਕੇ ਉਡਾਰੀਆਂ ਮਾਰਦਾ ਹੈ। ਕੇਵਲ ਬਾਜ ਕੰਮ ਇੰਨਾ ਹੀ ਨਹੀਂ ਕਰਦਾ, ਬਾਜ ਸ੍ਰਿਸ਼ਟੀ ਦੇ ਵਿੱਚ ਸਾਰੇ ਪੰਛੀ ਉਸੇ ਤਰਫ ਜਾਂਦੇ ਨੇ ਜਿੱਧਰ ਨੂੰ ਹਵਾ ਜਾ ਰਹੀ ਹੋਵੇ, ਪਰ ਬਾਜ ਇਹਨਾਂ ਪੰਛੀਆਂ ਦੇ ਨਾਲ ਰਲ ਕੇ ਉਹਨਾਂ ਵਰਗਾ ਬਣ ਕੇ ਨਹੀਂ ਚੱਲਦਾ। ਬਾਜ ਆਪਣੇ ਆਪ ਨੂੰ ਫਰਤੀਲਾ ਰੱਖਣ ਵਾਸਤੇ, ਚੁਸਤ ਚਲਾਕ ਰੱਖਣ ਵਾਸਤੇ ਇਹ ਹਮੇਸ਼ਾ ਹਵਾ ਦੀ ਉਲਟ ਦਿਸ਼ਾ ਦੇ ਚੱਲਦਾ ਹੈ। ਜਿੱਧਰੋਂ ਹਵਾ ਆਉਂਦੀ ਹੁੰਦੀ ਹੈ ਇਹ ਉੱਧਰ ਨੂੰ ਜਾਂਦਾ ਹੈ। ਬਾਜ ਹਮੇਸ਼ਾ ਉਲਟ ਦਿਸ਼ਾ ਵੱਲ ਚੱਲਦਾ ਹੈ ਤਾਂ ਕਿ ਜਿਹੜਾ ਮੇਰਾ ਇਹ ਸਰੀਰ ਹੈ ਇਹ ਫਰਤੀਲਾ ਰਵੇ। ਬਹੁਤ ਉੱਚਾ ਅਸਮਾਨ ਦੇ ਵਿੱਚ ਹੈ, ਇੱਕੋ ਦਮ ਸ਼ਿਕਾਰ 'ਤੇ ਝਪਟ ਪੈਂਦਾ ਹੈ, ਪਤਾ ਤੱਕ ਨਹੀਂ ਲੱਗਣ ਦਿੰਦਾ ਸ਼ਿਕਾਰ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਨਾਲ ਇਸ ਬਾਜ ਨੂੰ ਰੱਖਿਆ ਹੈ। ਬਾਜ ਦੇ ਵਿੱਚ ਕੋਈ ਇੱਕ ਗੁਣ ਨਹੀਂ ਸਨ, ਬਾਜ ਦੇ ਵਿੱਚ ਬਹੁਤ ਸਾਰੇ ਗੁਣ ਨੇ। ਬਾਜ ਨੂੰ ਜੇ ਕੋਈ ਪਕੜ ਕੇ ਪਿੰਜਰੇ ਵਿੱਚ ਬੰਦ ਕਰ ਦੇਵੇ ਤੇ ਜਾਂ ਉਹ ਪਿੰਜਰੇ ਨੂੰ ਤੋੜ ਕੇ ਉਡਾਰੀਆਂ ਮਾਰ ਜਾਵੇਗਾ ਜਾਂ ਫਿਰ ਉਹ ਪਿੰਜਰੇ ਦੇ ਵਿੱਚ ਆਪਣੀ ਜਾਨ ਦੇ ਦੇਵੇਗਾ, ਕੈਦ ਨਹੀਂ ਰਹਿੰਦਾ। ਬਾਜ ਦੇ ਵਿੱਚ ਤੀਸਰਾ ਗੁਣ ਹੈ ਕਿ ਬਾਜ ਕਿਸੇ ਦਾ ਕੀਤਾ ਹੋਇਆ ਸ਼ਿਕਾਰ ਨਹੀਂ ਖਾਂਦਾ, ਉਹ ਆਪਣਾ ਸ਼ਿਕਾਰ ਖੁਦ ਕਰਕੇ ਖਾਂਦਾ ਹੈ, ਭਾਵੇਂ ਕਿੰਨੇ ਦਿਨ ਵੀ ਕਿਉਂ ਨਾ ਲੰਘ ਜਾਣ। ਬਾਜ ਦੇ ਵਿੱਚ ਚੌਥਾ ਗੁਣ ਹੈ ਕਿ ਬਾਜ ਕਿੰਨੀ ਵੀ ਉਚਾਈ 'ਤੇ ਕਿਉਂ ਨਾ ਬੈਠਾ ਹੋਵੇ, ਉਹ ਆਪਣੇ ਆਪ ਨੂੰ ਕਦੇ ਵੀ ਉੱਚਾ ਸਮਝ ਕੇ ਆਪਣੀ ਧੌਣ ਉੱਚੀ ਨਹੀਂ ਚੁੱਕਦਾ, ਹਮੇਸ਼ਾ ਉਹਦੀ ਧੌਣ ਨਿਮਾਣ ਦੀ ਤਰਫ ਰਹਿੰਦੀ ਹੈ ਬਾਜ ਦੀ। ਇਹ ਗੁਣ ਆ ਉਸ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਇਹ ਹਦਾਇਤਾਂ ਕੀਤੀਆਂ ਨੇ, ਕਹਿੰਦੇ ਇੰਨੇ ਗੁਣ ਸਿੱਖ ਦੇ ਵਿੱਚ ਹੋਣੇ ਚਾਹੀਦੇ ਨੇ। ਸਿੱਖ ਬਹੁਤ ਫਰਤੀਲਾ ਹੋਵੇ, ਬਹੁਤ ਤੇਜ਼ ਹੋਵੇ, ਆਪਣੇ ਖੂਨ ਨੂੰ ਕਦੇ ਵੀ ਉਹ ਇੰਨਾ ਠੰਡਾ ਨਾ ਹੋਣ ਦੇਵੇ ਕਿ ਕੋਈ ਆ ਕੇ ਬਾਹਰ ਕਰ ਜਾਵੇ। ਫਰਤੀਲਾ ਹੋਵੇ, ਪੂਰਨ ਤੌਰ 'ਤੇ ਤਿਆਰ ਬਰ ਤਿਆਰ ਰਹਿੰਦਾ ਹੋਵੇ ਹਰ ਇੱਕ ਪੱਖ ਤੋਂ। ਸਿੱਖ ਨੂੰ ਇਹ ਗੁਰੂ ਸਾਹਿਬ ਜੀ ਮਹਾਰਾਜ ਨੇ ਹਦਾਇਤ ਕੀਤੀ ਹੈ, ਫਰਤੀਲਾ ਹੋਵੇ, ਹਰ ਵਕਤ ਤਿਆਰ, ਹਰ ਵਕਤ ਤੋਂ ਜੰਗ ਯੁੱਧ ਵਾਸਤੇ ਤਿਆਰ ਰਹਿੰਦਾ ਰਹੇ। ਪਰ ਸਿੱਖ ਫਰਤੀਲਾ ਕਿੱਥੇ ਹੈ? ਸਿੱਖ ਦੇ ਇਹ ਜਿਹੜਾ ਕਰਮ ਕਰਨਾ ਸੀ ਇਸ ਨੇ, ਉਸ ਕਰਮ ਕਰਨ ਵਾਸਤੇ ਨਾ ਫਰਤੀਲਾ ਨਹੀਂ ਹੈ। ਸਿਮਰਨ ਬੰਦਗੀ ਇਸ ਨੇ ਕਰਨੀ ਸੀ, ਨਹੀਂ ਫਰਤੀਲਾ। ਅੰਮ੍ਰਿਤ ਵੇਲੇ ਉੱਠਣਾ ਸੀ, ਇੰਨਾ ਫਰਤੀਲਾ ਨਹੀਂ ਹੋਇਆ, ਫਰਤੀਲਾ ਨਹੀਂ ਹੈ। ਪਏ ਰਹਿੰਦੇ ਨੇ ਦਲਿੱਦਰੀ ਬਣ ਕੇ ਆਪਣੇ ਘਰਾਂ ਦੇ ਵਿੱਚ, ਚਲੋ ਨਾ ਉੱਠਾਂਗੇ ਇੱਕ ਦਿਨ ਤੇ ਕੀ ਹੋਵੇਗਾ, ਕੋਈ ਹਿੰਮਤ ਨਹੀਂ ਹੈ। ਹਰ ਵਕਤ ਤਿਆਰ ਬਰ ਤਿਆਰ ਰਹਿਣਾ, ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖਣਾ। ਇਹ ਤੇ ਜੇ ਕਿਤੇ
ਚੱਲ ਕੇ ਇਸ਼ਨਾਨ ਪਾਣ ਕਰਕੇ ਪਰਮਾਤਮਾ ਦੇ ਘਰ ਦੇ ਵਿੱਚ ਵੀ ਆ ਕੇ ਬਹਿ ਜਾਂਦਾ ਨਾ, ਤਾਂ ਵੀ ਇਹ ਪਰਮਾਤਮਾ ਦੇ ਘਰ ਦੇ ਵਿੱਚ ਫਿਰ ਇੰਝ ਬੈਠਾ ਰਹਿੰਦਾ ਵੀ ਜਿਵੇਂ ਮਸਾਂ ਹੀ ਬੈਠੇ ਹੁੰਦੇ ਨੇ। ਟੋਈਆਂ ਦੇ ਵਿੱਚ ਕੁੱਬ ਪਏ ਨੇ, ਧੌਣਾ ਡਿੱਗੀਆਂ ਹੋਈਆਂ ਨੇ, ਮੱਥੇ ਦੀਆਂ ਤਰੇੜਾਂ ਦੱਸ ਰਹੀਆਂ ਨੇ ਵੀ ਬਹੁਤ ਔਖਾ ਬੈਠਾ ਹੈ, ਬੜਾ ਔਖਾ ਬੈਠਾ ਹੈ। ਪਰ ਸਮਾਜ ਦੇ ਵਿੱਚ ਜਦ ਕੋਈ ਹੋਰ ਕਰਮ ਚੱਲਦਾ ਹੋਵੇ, ਉੱਥੇ ਇਕੱਲਾ ਬੈਠਦਾ ਨਹੀਂ ਹੈ, ਫਰਤੀਲਾ ਹੋ ਕੇ ਬੈਠਦਾ ਨਹੀਂ ਹੈ। ਉੱਥੇ ਤੇ ਆਪਣੀਆਂ ਬਾਹਾਂ ਖੜੀਆਂ ਕਰ ਕਰਕੇ ਵੀ ਦੱਸਦਾ ਕਿ ਮੈਂ ਫਰਤੀਲਾ ਬਣਾ। ਕਮਾਲ ਦੀ ਗੱਲ ਹੈ ਕਿ ਉਂਝ ਭਾਵੇਂ ਮੰਜੇ ਤੋਂ ਨਾ ਉੱਠਿਆ ਜਾਵੇ, ਪਰ ਕਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੋਣ ਤੇ 80-80 ਸਾਲ ਦੇ ਬੁੱਢੇ ਵੀ ਨੱਚਦੇ ਨੇ ਬਾਹਾਂ ਖੜੀਆਂ ਕਰਕੇ, ਫਰਤੀਲੇ ਬੜੇ ਆ। ਕਮਾਲ ਦੀ ਗੱਲ ਹੈ। ਤਿਆਰ ਬਰ ਤਿਆਰ ਬੜੇ ਆ, ਪਰ ਜਦ ਪਰਮਾਤਮਾ ਦੇ ਘਰ ਦੇ ਵਾਸਤੇ ਤਿਆਰ ਬਰ ਤਿਆਰ ਹੋਣਾ ਤੋਂ ਨਹੀਂ ਹੁੰਦਾ। ਬਿਲਕੁਲ ਸਤ ਸੰਗਤ ਕਰਕੇ ਆਏ ਹਾਂ, ਸੰਗਤ ਕੀਤੀ ਹੈ। ਜਿਹੜੀਆਂ ਮੱਥੇ 'ਤੇ ਤਿਉੜੀਆਂ ਲੈ ਕੇ ਗਿਆ ਸੀ, ਉਹੀ ਤਿਉੜੀਆਂ ਵਾਪਸ ਘਰ ਵਿੱਚ ਲੈ ਕੇ ਆਏ। ਸੰਗਤ ਵਿੱਚੋਂ ਖੱਟ ਕੇ ਕੀ ਆਏ, ਉਹੀ ਤੇ ਮੱਥੇ 'ਤੇ ਤਿਉੜੀਆਂ ਨੇ। ਤੇਰੀ ਮੱਥੇ ਦੀ ਰੂਪ ਰੇਖਾ ਦੱਸਦੀ ਹੈ, ਤੇਰੇ ਬੋਲ ਦੱਸ ਰਹੇ ਨੇ, ਤੇਰਾ ਚਿਹਰਾ ਦੱਸ ਰਿਹਾ ਕਿ ਜਿਹੋ ਜਿਹਾ ਤੂੰ ਘਰੋਂ ਗਿਆ ਸੀ ਵਾਪਸ ਉਹੋ ਜਿਹੇ ਘਰੇ ਮੁੜ ਕੇ ਆ ਗਿਆ। ਖੱਟਿਆ ਤੇ ਕੁਛ ਵੀ ਨਹੀਂ ਹੈ, ਖੱਟ ਕੇ ਕੀ ਲੈ ਕੇ ਆਇਆ। ਚਿਹਰੇ ਦੇ ਹਾਵ ਭਾਵ ਮਨੁੱਖ ਦੇ ਸੰਗਤ ਵਿੱਚ ਆ ਕੇ ਬਦਲ ਜਾਂਦੇ ਨੇ। ਗੁਰੂ ਦੀ ਸੰਗਤ ਆਪਣੇ ਪ੍ਰਤਾਪ ਦੇ ਨਾਲ, ਗੁਰੂ ਆਪਣੀ ਰਹਿਮਤ ਦੇ ਨਾਲ ਇਸ ਦੇ ਹਾਵ ਭਾਵ ਚਿਹਰੇ 'ਤੇ ਬਦਲ ਦਿੰਦਾ ਹੈ। ਅਗਰਵਾਈਜ਼ ਜੇ ਕੋਈ ਗੁਰੂ ਦੇ ਦੱਸੇ ਹੋਏ ਸਮੇਤ ਮਾਰਗ 'ਤੇ ਚੱਲਣ ਦੇ ਕੋਈ ਯਤਨ ਕਰਦਾ ਤੇ ਫਰਤੀਲਾ ਹੋਵੇ ਸਿੱਖ, ਜਦ ਵੀ ਲੋੜ ਪਵੇ ਇਹ ਹਰ ਵਕਤ ਤਿਆਰ ਬਰ ਤਿਆਰ ਰਵੇ। ਆਪਣੇ ਖੂਨ ਨੂੰ ਕਦੇ ਵੀ ਇਹ ਠੰਡਾ ਨਾ ਹੋਣ ਦੇਵੇ, ਤਰੋ ਤਾਜ਼ਾ ਰੱਖੇ ਆਪਣੇ ਜੀਵਨ ਨੂੰ। ਇਹ ਬਾਝ ਦੇ ਵਿੱਚ ਜਿਹੜਾ ਗੁਣ ਹੈ, ਇਹ ਸਿੱਖ ਦੇ ਵਿੱਚ ਵੀ ਹੋਣਾ ਚਾਹੀਦਾ ਹੈ। ਦੂਸਰਾ ਬਾਝ ਦੇ ਵਿੱਚ ਗੁਣ ਹੈ ਕਿ ਜਿੱਧਰੋਂ ਹਵਾ ਆਉਂਦੀ ਹੈ, ਇਕੱਲਾ ਬਾਜ ਹੀ ਪੰਛੀ ਹੈ ਜਿਹੜਾ ਉੱਧਰ ਨੂੰ ਜਾਂਦਾ, ਬਾਕੀ ਸਾਰੇ ਪੰਛੀ ਹਵਾ ਦੀ ਤਰਫ ਜਾਂਦੇ ਨੇ। ਦੁਨੀਆ ਚਾਹੇ ਸਾਰੀ ਦੀ ਸਾਰੀ ਇੱਕ ਪਾਸੇ ਨੂੰ ਜਾਵੇ, ਪਰ ਜਿਹੜਾ ਪਰਮਾਤਮਾ ਦਾ ਦੱਸਿਆ ਹੋਇਆ ਮਾਰਗ ਹੈ, ਉਸ ਮਾਰਗ ਦੇ ਵਿੱਚ ਤੇ ਮਨੁੱਖ ਇੰਨਾ ਤਿਆਰ ਬਰ ਤਿਆਰ ਹੋਣਾ ਚਾਹੀਦਾ ਕਿ ਦੁਨੀਆ ਨੂੰ ਇੱਕ ਪਾਸੇ ਛੱਡ ਕੇ ਹਮੇਸ਼ਾ ਉਲਟ ਦਿਸ਼ਾ ਵੱਲ ਚੱਲੇ। ਤੇ ਉਲਟ ਦਿਸ਼ਾ ਵੱਲ ਚੱਲਣਾ ਕੋਈ ਸੌਖਾ ਨਹੀਂ ਪਿਆ। ਬਹੁਤ ਤੇਜ਼ ਹਨੇਰੀ ਆ ਰਹੀ ਹੈ ਤਾਂ ਬਾਜ ਉਧਰੇ ਨੂੰ ਜਾਂਦਾ ਹੈ, ਸੌਖਾ ਨਹੀਂ ਹੈ। ਹਵਾ ਦੀ ਤਰਫ ਤੇ ਹਰ ਕੋਈ ਚੱਲ ਪਵੇਗਾ, ਹਵਾ ਦੀ ਉਲਟ ਦਿਸ਼ਾ ਦੇ ਵੱਲ ਚੱਲਣਾ ਔਖਾ ਹੈ, ਕਠਿਨ ਹੈ। ਤਾਂ ਹੀ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਕਿਹਾ, ਜਾ ਨਾਨਕ ਇਹ ਖੇਲ ਕਠਿਨ ਹੈ, ਕਿਨਹੋ ਗੁਰਮੁਖ ਜਾਣਾ ਇਹ ਖੇਲ ਕਠਿਨ, ਬੜਾ ਕਠਿਨ ਹੈ। ਕਿਸੇ ਗੁਰਮੁਖਾਂ ਦੇ ਹਿੱਸੇ ਦੇ ਵਿੱਚ ਆਏ। ਦੁਨੀਆ ਚਾਹੇ ਕੁਛ ਵੀ ਕਹੇ, ਪਰ ਪਰਮਾਤਮਾ ਦਾ ਮਾਰਗ ਨਹੀਂ ਛੱਡਣਾ, ਪਰਮਾਤਮਾ ਦਾ ਮਾਰਗ ਨਹੀਂ ਛੱਡਣਾ। ਦੁਨੀਆ ਤੇ ਬੋਲ ਕਬੋਲ ਬੋਲਦੀ ਰਹਿੰਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਇਹ ਦੁਨੀਆ ਕੀ ਜਾਣੇ, ਪਰਮਾਤਮਾ ਦੇ ਨਾਮ ਤੱਕ ਜਿਹੜੇ ਪਹੁੰਚੇ ਨੇ, ਪਰਮਾਤਮਾ ਦੇ ਰਸ ਤੱਕ ਜਿਹੜੇ ਪਹੁੰਚ ਚੁੱਕੇ ਨੇ, ਉਹ ਪਰਮਾਤਮਾ ਦਾ ਰਸ ਮਾਣਦੇ ਨੇ, ਬਾਕੀ ਸਭ ਦੇ ਸਭ ਰਸ ਉਹਨਾਂ ਵਾਸਤੇ ਫਿੱਕੇ ਪੈ ਚੁੱਕੇ ਨੇ। ਸਿੱਖ ਦੇ ਵਿੱਚ ਇਹ ਗੁਣ ਹੋਵੇ ਕਿ ਉਹ ਹਮੇਸ਼ਾ ਹੀ ਗੁਰੂ ਦੇ ਤਰਫ ਚੱਲੇ, ਜੋ ਗੁਰੂ ਕਹਿੰਦਾ ਹੈ, ਦੁਨੀਆ ਦੇ ਮਗਰ ਨਹੀਂ। ਫਿਰ ਬਾਜ ਦੇ ਵਿੱਚ ਗੁਣ ਹੈ ਕਿ ਉਹਨੂੰ ਕੋਈ ਪਕੜ ਕੇ ਪਿੰਜਰੇ ਵਿੱਚ ਬੰਦ ਕਰੇ ਤੇ ਬਾਜ ਜਾਂ ਤੇ ਪਿੰਜਰਾ ਤੋੜ ਕੇ ਭੱਜੇਗਾ,
ਜਾਂ ਪਿੰਜਰੇ ਦੇ ਵਿੱਚ ਆਪਣੇ ਪ੍ਰਾਣ ਦੇ ਦੇਵੇਗਾ, ਉਹ ਕੈਦ ਨਹੀਂ ਰਹਿੰਦਾ, ਗੁਲਾਮ ਬਾਜ ਨਹੀਂ ਰਹਿੰਦਾ, ਕਦੇ ਗੁਲਾਮ ਨਹੀਂ ਰਹਿੰਦਾ ਬਾਜ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਿੱਖ ਪਰਮਾਤਮਾ ਦਾ ਜਿਹੜਾ ਹੈ ਇਹ ਕਦੇ ਕਿਸੇ ਦਾ ਗੁਲਾਮ ਨਹੀਂ ਰਹੇਗਾ, ਤੇ ਸਿੱਖ ਤੇ ਗੁਲਾਮ ਹੈ, ਦੁਨੀਆਦਾਰੀ ਦਾ ਗੁਲਾਮ ਹੈ, ਇੱਕ ਦੂਸਰੇ ਦੀ ਗੁਲਾਮੀ ਕਰ ਰਹੇ ਨੇ। ਪਹਿਲੇ ਤੇ ਇਹ ਦੁਨੀਆ ਦਾ ਗੁਲਾਮ ਹੈ, ਦੂਸਰਾ ਇਹ ਆਪਣੇ ਵਿਸ਼ੇ ਵਿਕਾਰਾਂ ਦਾ ਗੁਲਾਮ ਹੈ। ਵਿਸ਼ੇ ਵਿਕਾਰਾਂ ਨੇ ਇਸ ਨੂੰ ਆਪਣਾ ਗੁਲਾਮ ਕਰ ਰੱਖਿਆ ਹੈ। ਉਹ ਬੰਧਨ ਇਹ ਤੋਂ ਹੁਣ ਟੁੱਟ ਨਹੀਂ ਰਹੇ, ਕਿਉਂਕਿ ਲੰਮੇ ਟਾਈਮ ਦਾ ਇਹ ਉਹਨਾਂ ਦਾ ਗੁਲਾਮ ਹੈ। ਕਾਮ ਦਾ ਇਹ ਗੁਲਾਮ ਹੈ, ਕ੍ਰੋਧ ਦਾ, ਹੰਕਾਰ ਦਾ, ਮੋਹ ਦਾ, ਲੋਭ ਦਾ, ਇਹਨਾਂ ਸਭ ਦਾ ਗੁਲਾਮ ਹੋਇਆ ਪਿਆ ਹੈ। ਇਸ ਦੇ ਗੁਲਾਮੀ ਦੀਆਂ ਜੰਜੀਰਾਂ ਹਜੇ ਤੱਕ ਟੁੱਟੀਆਂ ਨਹੀਂ ਹੈ, ਗੁਲਾਮ। ਦਿਨ ਇਸ ਦੀ ਵਰਤੋਂ ਕਰਦਾ ਹੈ, ਰਾਤ ਇਸ ਦੀ ਵਰਤੋਂ ਕਰ ਰਹੀ ਹੈ। ਇਹ ਦਿਨ ਅਤੇ ਰਾਤ ਦਾ ਗੁਲਾਮ ਹੈ, ਗੁਲਾਮ ਹੈ। ਇਹ ਤੇ ਬੰਦ ਹੈ ਹਜੇ ਤੱਕ ਪਿੰਜਰੇ ਦੇ ਵਿੱਚ। ਕਿਸੇ ਪੰਛੀ ਨੂੰ ਪਕੜ ਕੇ 10-12 ਸਾਲ ਪਿੰਜਰੇ ਦੇ ਵਿੱਚ ਰੱਖਿਆ ਜਾਵੇ, 10-12 ਸਾਲ ਪਿੰਜਰੇ ਵਿੱਚ ਰੱਖਿਆ ਜਾਵੇ ਉੱਡਣ ਵਾਲੇ ਪੰਛੀ ਨੂੰ, ਪਰ ਉਹ ਪੰਛੀ ਨੂੰ ਜਾਂ 10-12 ਸਾਲਾਂ ਬਾਅਦ ਛੱਡਿਆ ਜਾਵੇਗਾ ਨਾ, ਤੇ ਉਹ ਪੰਛੀ ਆਪਣੀ ਉਡਾਰੀ ਲਾਉਣੀ ਭੁੱਲ ਜਾਂਦਾ ਹੈ। ਉਡਾਰੀ ਲਾਉਣੀ ਭੁੱਲ ਜਾਂਦਾ ਹੈ ਕਿ ਮੈਂ ਉੱਡਣਾ ਕਿਵੇਂ ਹੈ, ਭੁੱਲ ਜਾਂਦਾ ਹੈ। ਉਹਦੇ ਕੋਲ ਤਾਕਤ ਵੀ ਹੈ, ਪੰਖ ਵੀ ਹੈਗੇ ਨੇ, ਉਹਨੂੰ ਪਤਾ ਵੀ ਹੈ ਕਿ ਮੈਂ ਉੱਡਣਾ ਹੈ, ਪਰ ਉਹ ਪੰਛੀ ਉੱਡ ਨਹੀਂ ਸਕਦਾ ਜਿਹੜਾ 10-12 ਸਾਲ ਪਿੰਜਰੇ ਦੇ ਵਿੱਚ ਗੁਲਾਮ ਰਹਿ ਗਿਆ। ਗੁਰੂ ਨਾਨਕ ਦੀ ਗੁਰਬਾਣੀ ਕਹਿੰਦੀ ਹੈ, ਐ ਸੱਜਣ, ਐ ਮਿੱਤਰ, ਤੇਰੀ ਸਾਰੀ ਜ਼ਿੰਦਗੀ ਇਹਨਾਂ ਵਿਸ਼ੇ ਵਿਕਾਰਾਂ ਨੇ ਤੈਨੂੰ ਆਪਣਾ ਗੁਲਾਮ ਰੱਖਿਆ। ਜੇ ਤੂੰ ਹੁਣ ਕਹੇ ਕਿ ਲੰਮੇ ਟਾਈਮ ਦੀ ਗੁਲਾਮੀ ਤੋਂ ਬਾਅਦ ਮੈਂ ਉਡਾਰੀ ਮਾਰ ਜੂੰਗਾ, ਹੁਣ ਤੇ ਇੱਥੋਂ ਉਡਾਰੀ ਨਹੀਂ ਮਾਰੀ ਜਾਂਦੀ, ਹੁਣ ਨਹੀਂ ਉਡਾਰੀ ਮਾਰੀ ਜਾਵੇਗੀ। ਹੁਣ ਕਿਵੇਂ ਉਡਾਰੀ ਮਾਰੇਗਾ? ਲੰਮਾ ਟਾਈਮ ਤੇ ਤੈਨੂੰ ਕੈਦ ਵਿੱਚ ਰੱਖਿਆ ਗਿਆ, ਤੂੰ ਕੈਦੀ ਬਣ ਕੇ ਰਿਹਾ, ਹੁਣ ਤੇ ਇੱਥੋਂ ਉਡਾਰੀ ਨਹੀਂ ਮਾਰੀ ਜਾਵੇਗੀ ਇਹਨਾਂ ਦੇ ਵਿੱਚ। ਲੰਮਾ ਟਾਈਮ ਲੋਭ ਦਾ ਕੈਦ ਰਿਹਾ, ਹੰਕਾਰ ਦਾ ਤੂੰ ਕੈਦ ਰਿਹਾ, ਕ੍ਰੋਧ ਦਾ ਤੂੰ ਕੈਦੀ ਬਣ ਕੇ ਰਿਹਾ ਹੈ। ਔਰ ਇਹ ਜਿੰਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਇਹ ਮਨੁੱਖ ਦੇ ਸਾਰੇ ਗਿਆਨ ਇੰਦਰੀਆਂ ਤੇ ਕਬਜ਼ਾ ਕਰਕੇ ਉਹਨਾਂ ਗਿਆਨ ਇੰਦਰੀਆਂ ਦਾ ਰਸ ਚੂਸ ਲੈਂਦੇ ਨੇ। ਜਦ ਗਿਆਨ ਇੰਦਰੀਆਂ ਦੇ ਵਿੱਚ ਰਸ ਨਹੀਂ ਰਹਿੰਦਾ ਤੇ ਅਕਸਰ ਇਹ ਮਨੁੱਖ ਦੇ ਗਿਆਨ ਇੰਦਰੀਆਂ ਨੂੰ ਛੱਡ ਜਾਂਦੇ ਨੇ, ਛੱਡ ਜਾਂਦੇ ਨੇ। ਜਦੋਂ ਇਹਨਾਂ ਦੇ ਵਿੱਚ ਕੋਈ ਰਸ ਨਹੀਂ ਰਹਿੰਦਾ, ਬੇਰਸੇ ਹੋ ਜਾਂਦੇ ਨੇ। ਬੇਰਸਿਆਂ ਤੋਂ ਹੁਣ ਕੀ ਰਸ? ਜਦ ਰਸ ਹੀ ਕੋਈ ਨਹੀਂ ਮਿਲਿਆ ਤੇ ਬੇਰਸੇ ਗਿਆਨ ਇੰਦਰੀਆਂ ਦਾ ਲਾਭ ਕੀ ਹੈ? ਲੰਮੇ ਟਾਈਮ ਤੋਂ ਲੈ ਕੇ ਤੂੰ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਤੇਰਾ ਇਹ ਜੀਵਨ ਗੁਲਾਮ ਹੈ। ਕਦੇ ਅਪਰਾਧ, ਕਦੇ ਪਾਪ, ਕਦੇ ਝੂਠ, ਇਹ ਤੇਰੇ ਜੀਵਨ ਨੂੰ ਗੁਲਾਮ ਬਣਾ ਕੇ ਰੱਖਦੇ ਨੇ। ਗੁਲਾਮ ਤੂੰ ਕਿਉਂ ਬਣਿਆ? ਕਿਉਂਕਿ ਤੇਰੇ ਕੋਲ ਗਿਆਨ ਹੈ ਨਹੀਂ ਪਰਮਾਤਮਾ ਦਾ। ਜਿਨ੍ਹਾਂ ਪਰਮਾਤਮਾ ਨੇ ਤੈਨੂੰ ਅਕਾਲ ਪੁਰਖ ਦਾ ਨਿਧਾਨ ਖਜ਼ਾਨਾ ਇੱਕ ਗਿਆਨ ਵਾਸਤੇ ਬਖਸ਼ਿਆ ਸੀ, ਉਹ ਤੇਰੇ ਕੋਲ ਗਿਆਨ ਹੈ ਨਹੀਂ ਹੈ। ਗਿਆਨ, ਜਦੋਂ ਮਨੁੱਖ ਅਗਿਆਨੀ ਹੈ, ਅਗਿਆਨ ਮਨੁੱਖ ਦੇ ਵਿੱਚੋਂ ਪਾਪ ਜਨਮ ਲੈਂਦਾ ਹੈ, ਤੇ ਪਾਪ ਅੱਗੇ ਮਨੁੱਖ ਤੋਂ ਅਪਰਾਧ ਕਰਾ ਦਿੰਦਾ ਹੈ। ਗੁਲਾਮ ਹੈ ਮਨੁੱਖ ਲੰਮੇ ਟਾਈਮ ਤੋਂ ਲੈ ਕੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਇਹ ਬਾਝ ਪਿੰਜਰੇ ਦੇ ਵਿੱਚ ਕਦੇ ਗੁਲਾਮ ਨਹੀਂ ਰਹਿੰਦਾ, ਔਰ ਜਾਂ ਤੇ ਇਹ ਤੋੜ ਕੇ ਲੰਘ ਜਾਂਦਾ ਜਾਂ ਆਪਣੇ ਪ੍ਰਾਣ ਦੇ ਦਿੰਦਾ ਹੈ। ਬਾਜ ਦੇ ਵਿੱਚ ਇਹ ਗੁਣ ਹੈ। ਤੋ ਬਾਜ ਦੇ ਵਿੱਚ ਹੋਰ ਗੁਣ ਹੈ ਕਿ ਬਾਜ ਕਿੰਨਾ ਵੀ ਉੱਚਾ ਕਿਉਂ ਨਾ ਬੈਠਾ ਹੋਵੇ, ਉਹਦਾ ਸਿਰ ਹਮੇਸ਼ਾ ਹੀ ਝੁਕਿਆ ਰਹਿੰਦਾ ਹੈ, ਹਮੇਸ਼ਾ ਝੁਕਿਆ ਰਹਿੰਦਾ ਹੈ, ਨਿਮਾਣ ਦੀ ਤਰਫ ਰਹਿੰਦਾ ਹੈ। ਉਹਨੂੰ ਬਾਜ ਨੂੰ ਕੋਈ ਇਸ ਗੱਲ ਦੀ
ਅਹਿਮੀਅਤ ਨਹੀਂ ਹੈ ਕਿ ਮੈਂ ਇੰਨਾ ਉੱਚਾ ਬੈਠਾ ਤੇ ਮੈਂ ਸਭ ਤੋਂ ਹੁਣ ਉੱਚਾ ਬਣ ਗਿਆ। ਐਸੀ ਗੱਲ ਬਾਜ ਦੇ ਅੰਦਰ ਨਹੀਂ ਹੁੰਦੀ, ਬਾਜ ਦੇ ਅੰਦਰ ਨਹੀਂ ਹੁੰਦੀ ਕਿ ਮੈਂ ਇੰਨਾ ਉੱਚਾ ਬੈਠਾ। ਇਹ ਬਾਜ ਕਿ ਮੈਂ ਹੁਣ ਸਭ ਤੋਂ ਉੱਚਾ ਬੈਠਾ, ਮੇਰੀ ਧੌਣ ਉੱਚੀ ਹੋ ਗਈ, ਐਸਾ ਕਦੀ ਨਹੀਂ ਹੁੰਦਾ ਬਾਜ ਦੇ ਅੰਦਰ। ਬਹੁਤ ਉੱਚਾ ਬੈਠ ਕੇ ਵੀ, ਬਹੁਤ ਉੱਚੀ ਅਸਮਾਨ ਦੀ ਉਡਾਰੀ ਲਾਉਂਦਾ ਲਾਉਂਦਾ ਵੀ ਬਾਜ ਆਪਣੀ ਧੌਣ ਹੈ ਜਿਹੜੀ ਉਹ ਨੀਵੀਂ ਰੱਖਦਾ। ਉਹਨੂੰ ਕਦੇ ਹੰਕਾਰ ਨਹੀਂ ਹੁੰਦਾ ਕਿ ਮੈਂ ਸਾਰੇ ਪੰਛੀਆਂ ਤੋਂ ਅਲੱਗ ਚੱਲਦਾ, ਸਾਰੇ ਪੰਛੀਆਂ ਤੋਂ ਮੈਂ ਤਾਕਤਵਰ ਹਾਂ, ਸਾਰੇ ਪੰਛੀ ਇੱਕ ਤਰਫ ਚੱਲਦੇ ਨੇ, ਮੈਂ ਉਹਨਾਂ ਦੇ ਉਲਟ ਦਿਸ਼ਾ ਦੇ ਵੱਲ ਚੱਲਦਾ। ਇਹਨੂੰ ਬਾਜ ਨੂੰ ਕੋਈ ਹੰਕਾਰ ਨਹੀਂ ਹੈ ਉਸ ਗੱਲ ਦਾ, ਹਮੇਸ਼ਾ ਨਿਮਾਣ ਦੀ ਤਰਫ। ਤੇ ਇਹ ਬਾਦ ਦੇ ਵਿੱਚ ਇਹ ਗੁਣ ਹੈ, ਹਮੇਸ਼ਾ ਸਿੱਖ ਦੇ ਵਿੱਚ ਇਹ ਗੁਣ ਹੋਵੇ, ਭਾਵੇਂ ਉਹ ਪਰਮਾਤਮਾ ਦੇ ਕਿੱਡੀ ਵੀ ਵੱਡੇ ਪਦਵੀ ਤੇ ਕਿਉਂ ਨਾ ਪਹੁੰਚ ਜਾਵੇ, ਉਹ ਕਦੀ ਮਨੁੱਖ ਹੰਕਾਰ ਨਹੀਂ ਕਰੇਗਾ ਕਿ ਮੈਂ ਉੱਚੀ ਪਦਵੀ ਤੇ ਪਹੁੰਚ ਗਿਆ। ਜਿੰਨੇ ਪੀਰ ਪੈਗੰਬਰ ਅਵਤਾਰ ਔਲੀਏ ਹੋਏ ਨੇ, ਜਿੰਨੇ ਭਗਤਾਂ ਦੀ, ਜਿੰਨੇ ਭੱਟਾਂ ਦੀ ਗੁਰਬਾਣੀ ਦਰਜ ਹੈ, ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਸਨ। ਰਵਿਦਾਸ ਭਗਤ ਦੀ ਬਹੁਤ ਵੱਡੀ ਪ੍ਰਾਪਤੀ ਸੀ, ਪਰ ਕੋਈ ਹੰਕਾਰ ਨਹੀਂ ਸੀ। ਨਾਮਦੇਵ ਦੀ ਬੜੀ ਵੱਡੀ ਪ੍ਰਾਪਤੀ ਸੀ, ਕੋਈ ਹੰਕਾਰ ਨਹੀਂ ਸੀ। ਕੋਈ ਹੰਕਾਰ ਨਹੀਂ ਹੈ। ਬਹੁਤ ਉੱਚਾ ਹੋ ਕੇ ਵੀ ਕੋਈ ਹੰਕਾਰ ਨਹੀਂ ਹੈ। ਅੱਜ ਮਨੁੱਖ ਬਹੁਤ ਨੀਵਾਂ ਬੈਠਾ ਹੈ, ਫਿਰ ਵੀ ਇਸ ਦੀ ਧੌਣ ਬੜੀ ਉੱਚੀ ਰਹਿੰਦੀ ਹੈ, ਬਹੁਤ ਵੱਡਾ ਹੰਕਾਰੀ ਬਣ ਕੇ ਰਹਿੰਦਾ ਹੈ। ਬੜਾ ਪ੍ਰਬਲ ਹੰਕਾਰ ਹੈ ਇਸ ਦੇ ਅੰਦਰ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੇ ਕੋਲ ਬਾਜ ਵਾਲਾ ਗੁਣ ਹੋਵੇ, ਬਹੁਤ ਉੱਚਾ ਹੋਵੇ, ਧੌਣ ਤੇਰੀ ਹਮੇਸ਼ਾ ਨੀਵੀਂ ਹੋਵੇ। ਬਿਲਕੁਲ ਵੀ ਰੱਤੀ ਭਰ ਹੰਕਾਰ ਤੈਨੂੰ ਸਤਾਵੇ ਨਾ। ਹਰ ਜੀਉ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵਹਿ। ਵੇਦ ਸ਼ਾਸਤਰ ਸਿਮਰਤੀਆਂ ਜਿੰਨੇ ਵੀ ਸਮਾਜ ਦੇ ਵਿੱਚ ਧਾਰਮਿਕ ਗ੍ਰੰਥ ਲਿਖੇ ਹਨ, ਇਹ ਸਾਰੇ ਧਾਰਮਿਕ ਗ੍ਰੰਥਾਂ ਦਾ ਕਹਿਣਾ ਹੈ ਕਿ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ, ਕਦੀ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਵੇਗਾ। ਬਹੁਤ ਉੱਚਾ ਤੇ ਸੁੱਚਾ ਹੋ ਕੇ ਵੀ ਨਿਮਾਣ ਦੀ ਤਰਫ ਉਸ ਦੀ ਧੌਣ ਰਹਿੰਦੀ ਹੈ ਬਾਜ ਦੀ। ਤੋ ਇਹ ਗੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਿੱਖ ਦੇ ਵਿੱਚ ਹੋਣਾ ਚਾਹੀਦਾ ਹੈ, ਜੋ ਬਾਜ ਦੇ ਵਿੱਚ ਇਹ ਗੁਣ ਹੈ। ਹੋਰ ਗੁਣ ਹੈ ਬਾਜ ਦੇ ਵਿੱਚ ਕਿ ਬਾਜ ਕਿਸੇ ਦਾ ਕੀਤਾ ਹੋਇਆ ਸ਼ਿਕਾਰ ਦੇਖ ਕੇ ਉਹਨੂੰ ਨਹੀਂ ਛਕਦਾ। ਬਾਜ ਜਦ ਵੀ ਛਕਦਾ ਹੈ ਤੇ ਆਪਣਾ ਖੁਦ ਸ਼ਿਕਾਰ ਕਰਕੇ ਛਕਦਾ ਹੈ। ਬਾਜ ਦੇ ਵਿੱਚ ਗੁਣ ਹੈ। ਕਿਸੇ ਦਾ ਕੀਤਾ ਹੋਇਆ ਸ਼ਿਕਾਰ ਬਾਜ ਕਦੇ ਨਹੀਂ ਛਕਦਾ। ਬਾਜ ਦੇ ਵਿੱਚ ਇਹ ਗੁਣ ਹੈ ਕਿ ਉਹ ਆਪਣਾ ਸ਼ਿਕਾਰ ਆਪ ਕਰਕੇ ਛਕਦਾ ਹੈ। ਐ ਸਿੱਖਾ, ਜਦ ਵੀ ਜਿਹੜਾ ਤੂੰ ਇਹ ਭੋਜਨ ਪਾਣੀ ਸੰਸਾਰ ਦੇ ਵਿੱਚ ਛਕਣਾ ਹੈ ਨਾ, ਚੇਤੇ ਰੱਖੀ ਕਿ ਇਹ ਤੇਰੇ ਕੋਲੇ ਬਾਜ ਵਾਲਾ ਗੁਣ ਹੋਣਾ ਚਾਹੀਦਾ। ਤੂੰ ਆਪਣੀ ਪੈਦਾਇਸ਼ ਕਰਕੇ ਆਪਣਾ ਹੱਕ ਖਾਵੀਂ, ਕਿਸੇ ਦੇ ਹੱਕ ਤੇ ਆਪਣਾ ਹੱਕ ਨਾ ਜਤਾਈ। ਕਿਸੇ ਦੇ ਹੱਕ ਤੇ ਆਪਣਾ ਹੱਕ ਨਾ ਜਤਾਈ। ਇਹ ਗੁਣ ਤੇਰੇ ਵਿੱਚ ਹੋਵੇ ਕਿ ਜਦ ਵੀ ਤੂੰ ਕੁਛ ਕਰਨਾ ਹੈ, ਆਪਣਾ ਸ਼ਿਕਾਰ ਕਰਕੇ ਖੁਦ ਖਾਣਾ ਹੈ, ਭਾਵ ਆਪਣੇ 10 ਨੌਹਾਂ ਦੀ ਕਿਰਤ ਕਮਾਈ ਕਰਕੇ ਆਪ ਛਕਣੀ ਹੈ। 10 ਨੌਹਾਂ ਦੀ ਕਿਰਤ ਆਪਣੀ ਕਮਾਈ ਕਰਕੇ ਖੁਦ ਖਾਣੀ ਹੈ ਤੂੰ। ਹਰ ਜੀਉ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੈ। ਹੰਕਾਰ ਦੀ ਗੱਲ ਤੇ ਗੁਰੂ ਸਾਹਿਬ ਜੀ ਮਹਾਰਾਜ ਇੱਥੇ ਹੱਕ ਦੀ ਗੱਲ ਕਰਦੇ ਨੇ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਹੱਕ ਪਰਾਇਆ ਕਿਸ ਨੂੰ ਕਿਹਾ? ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ
ਹੱਕ ਪਰਾਇਆ ਉਹ ਨਹੀਂ ਹੈ ਜਿਹੜਾ ਸਮਾਜ ਦੇ ਵਿੱਚ ਚੱਲ ਰਿਹਾ ਵੀ ਕਿਸੇ ਦਾ ਧਨ, ਕਿਸੇ ਦੀ ਵਸਤੂ ਅੱਜ ਸਾਡੇ ਘਰ ਦੇ ਵਿੱਚ ਆ ਗਈ ਹੈ, ਪਰਾਇਆ ਹੱਕ ਨਹੀਂ ਹੈ। ਪਰਾਇਆ ਹੱਕ ਨਹੀਂ ਆ ਉਹ। ਔਰ ਪਰਾਇਆ ਹੱਕ ਉਹ ਹੈ ਕਿ ਜੋ ਸਾਡਾ ਨਹੀਂ ਹੈ ਪਰ ਸਾਡੀ ਨੀਅਤ ਅਸੀਂ ਰੱਖੀ ਹੋਈ ਹੈ ਕਿ ਇਹ ਸਾਡਾ ਹੋ ਜਾਵੇ, ਉਹਨੂੰ ਪਰਾਇਆ ਹੱਕ ਕਹਿੰਦੇ ਨੇ। ਨੀਅਤ ਜੋ ਸਾਡੇ ਘਰ ਵਿੱਚ ਆ ਗਿਆ ਹੈ ਉਹ ਪਰਾਇਆ ਹੱਕ ਨਹੀਂ ਹੈ। ਬਹੁਤ ਸਮਾਜ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਧੀਆਂ ਤੇ ਪਰਾਇਆ ਹੱਕ ਹੁੰਦੀਆਂ ਨੇ। ਸਮਾਜ ਕਹਿੰਦਾ ਇਹ ਗੱਲ, ਪਰ ਕਦੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਪੁੱਛਿਆ ਹੀ ਨਹੀਂ। ਇਹ ਪਰਾਇਆ ਹੱਕ ਨਹੀਂ ਹੈ। ਪਹਿਲੇ ਤੇ ਮਾਂ ਬਾਪ ਪਰਾਇਆ ਹੱਕ ਕਹਿੰਦੇ ਰਹੇ, ਜਦ ਵਿਆਹੀ ਗਈ ਤੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਦੇ ਘਰ ਦੇ ਵਿੱਚ ਵਿਆਹੀ ਗਈ ਉਹ ਪਰਾਈ ਕਹਿੰਦੇ ਰਹੇ, ਤਾਂ ਫਿਰ ਆਪਣੀ ਕਿਸ ਦੀ ਹੋ ਗਈ ਤੇ ਕਿਸੇ ਦੀ ਵੀ ਨਾ ਹੋਈ। ਬੜਾ ਇੱਕ ਸਮਾਜ ਨੇ ਇਹ ਪਰਾਇਆ ਹੱਕ ਹੁੰਦੀਆਂ ਨੇ। ਨਹੀਂ, ਇਹ ਕਦੀ ਪਰਾਇਆ ਹੱਕ ਨਹੀਂ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਪੁੱਛੋ, ਕਹਿੰਦੇ ਐ ਸਮਾਜ ਦੇ ਲੋਕੋ, ਜਰਾ ਤੁਸੀਂ ਨਜ਼ਰ ਮਾਰ ਕੇ ਦੇਖਿਓ ਕਿ ਜਿਨ੍ਹਾਂ ਨੂੰ ਤੁਸੀਂ ਪਰਾਇਆ ਹੱਕ ਸਾਰੀ ਜ਼ਿੰਦਗੀ ਕਹਿੰਦੇ ਰਹੇ ਹੋ, ਇਹਨਾਂ ਪਰਾਏ ਹੱਕ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਇਹਨਾਂ ਦੇ ਕੁੱਖ ਦੇ ਵਿੱਚੋਂ ਹੀ ਰਾਜੇ ਮਹਾਰਾਜਿਆਂ ਨੇ, ਅਵਤਾਰ ਪੁਰਖਾਂ ਨੇ, ਪੈਗੰਬਰਾਂ ਨੇ ਆਪਣਾ ਅਵਤਾਰ ਧਾਰਿਆ ਹੈ, ਜਨਮ ਲੈਤਾ ਹੈ। ਇਹ ਪਰਾਇਆ ਹੱਕ ਕਿਸ ਤਰ੍ਹਾਂ ਹੋ ਗਈਆਂ? ਸਾਰੀ ਜ਼ਿੰਦਗੀ ਉਹਨਾਂ ਨੂੰ ਪਰਾਇਆ ਹੱਕ। ਹਾਂ, ਪਰਾਇਆ ਹੱਕ ਉਹ ਮੰਨਿਆ ਜਾ ਸਕਦਾ ਹੈ ਕਿ ਜਿਹੜਾ ਦੁਨੀਆ ਦੇ ਸਮਾਜ ਦੀ ਗੱਲ ਨਹੀਂ ਹੈ। ਸਮਾਜ ਦੇ ਵਿੱਚ ਤੇ ਪਰਾਇਆ ਹੱਕ ਮੰਨਿਆ ਜਾਂਦਾ ਹੈ ਕਿ ਜਦ ਕੋਈ ਆਪਣੇ ਲੜਕੇ ਦੀ ਸ਼ਾਦੀ ਕਰਦਾ ਹੈ ਤੇ ਬਹੁਤਾ ਸਾਰਾ ਲੜਕੀ ਵਾਲਿਆਂ ਤੋਂ ਧਨ ਮੰਗ ਲੈਂਦਾ ਹੈ, ਉਹਨੂੰ ਸਮਾਜ ਦੇ ਵਿੱਚ ਪਰਾਇਆ ਹੱਕ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦਾ ਧਰਮ ਮੰਨਦਾ ਹੈ, ਗੁਰੂ ਨਾਨਕ ਦਾ ਕਰ ਮੰਨਦਾ ਹੈ ਕਿ ਜੋ ਚੀਜ਼ ਤੇਰੀ ਨਹੀਂ ਹੈ ਪਰ ਤੇਰੀ ਨੀਅਤ ਉਸ ਤੇ ਖੋਟੀ ਹੈ ਕਿ ਮੇਰੀ ਹੋ ਜਾਵੇ, ਇਹਨੂੰ ਪਰਾਇਆ ਹੱਕ ਮੰਨਿਆ ਜਾਂਦਾ ਹੈ। ਕੋਈ ਮਾਂ ਬਾਪ ਆਪਣੀ ਧੀ ਨੂੰ ਦਾਜ ਦਿੰਦੇ ਨੇ, ਕੋਈ ਧਨ ਦਿੰਦਾ ਹੈ, ਸੋਨਾ ਦਿੰਦਾ ਹੈ, ਚਾਂਦੀ ਦਿੰਦਾ ਹੈ, ਹੀਰੇ ਮੋਤੀ ਦੇ ਰਿਹਾ ਹੈ, ਤਾਂ ਦੁਨੀਆ ਕਹਿੰਦੀ ਹੈ ਕਿ ਦਾਜ ਹੈ, ਦਾਜ ਹੈ। ਇਹ ਪਰਾਇਆ ਹੱਕ ਹੈ। ਇਹ ਪਰਾਇਆ ਹੱਕ ਨਹੀਂ ਹੈ। ਮਾਂ ਬਾਪ ਸਿਰਫ ਤੇ ਸਿਰਫ ਸਾਰੀ ਜ਼ਿੰਦਗੀ ਕਮਾਈ ਕਰਦੇ ਨੇ ਆਪਣੀ ਧੀ ਵਾਸਤੇ ਜਾਂ ਆਪਣੇ ਪੁੱਤਰ ਵਾਸਤੇ। ਤਾਂ ਮਾਂ ਬਾਪ ਦਾ ਇਹ ਫਰਜ਼ ਬਣਦਾ ਹੈ ਕਿ ਜਦ ਧੀ ਦੀ ਸ਼ਾਦੀ ਹੈ, ਬਹੁਤਾ ਧਨ ਦੇ ਕੇ ਉਹਨੂੰ ਹਰ ਇੱਕ ਵਸਤੂ ਦੇਵੇ। ਬਾਪ ਦਾ ਫਰਜ਼ ਬਣਦਾ ਹੈ ਕਿ ਜਿਹੜੀ ਆਪਣੀ ਜ਼ਮੀਨ ਜਾਇਦਾਦ ਘਰ-ਬਾਰ ਜਿੰਨੀ ਬਾਪ ਨੇ ਕਮਾਈ ਕੀਤੀ ਹੈ ਸਾਰੀ ਆਪਣੇ ਪੁੱਤਰ ਨੂੰ ਦੇਵੇ, ਸਾਰੀ ਆਪਣੇ ਪੁੱਤਰ ਨੂੰ ਦੇਵੇ। ਇਹ ਸਮਾਜਿਕ ਨਿਯਮ ਨੇ, ਸਮਾਜਿਕ ਨਿਯਮ ਨੇ ਇਹ ਕਿ ਮਾਂ ਬਾਪ ਆਪਣੇ ਪੁੱਤਰ ਧੀਆਂ ਵਾਸਤੇ ਕਮਾਈ ਕਰਦੇ ਨੇ ਤੇ ਪੁੱਤਰ ਧੀਆਂ ਨੂੰ ਦੇਣਾ ਉਹਨਾਂ ਦਾ ਹੱਕ ਬਣਦਾ ਹੈ। ਲੱਖ ਲਾਹਨਤ ਇਹੋ ਜਿਹੇ ਮਾਂ ਬਾਪ ਦੇ ਜਿਹੜਾ ਮਾਂ ਬਾਪ ਕਮਾਈ ਕਰਦਾ ਰਿਹਾ, ਨਾ ਆਪਣੀ ਧੀ ਨੂੰ ਕੁਛ ਦੇ ਸਕਿਆ, ਨਾ ਆਪਣੇ ਪੁੱਤਰ ਨੂੰ ਕੁਛ ਦੇ ਸਕਿਆ। ਕਮਾਈ ਕਿਸ ਵਾਸਤੇ ਕਰਦਾ ਰਿਹਾ? ਤੇ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਕੁਛ ਨਹੀਂ ਦੇ ਸਕਿਆ ਤੇ ਦੂਸਰੇ ਹੋਰ ਕਿਸੇ ਨੂੰ ਕੀ ਦੇ ਦੇਵੇਗਾ? ਕੁਛ ਨਹੀਂ ਦੇ ਸਕਦਾ ਉਹ ਕਿਸੇ ਨੂੰ। ਤਾਂ ਇਹ ਪਰਾਇਆ ਹੱਕ ਨਹੀਂ ਹੈ। ਸਮਾਜ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ, ਕਹਿੰਦੇ ਜੀ ਜਿਹੜਾ ਇਹ ਪਰਾਇਆ ਹੱਕ ਹੈ, ਪਰਾਇਆ ਹੱਕ ਹੈ, ਦਾਜ ਲੈਣਾ ਅਤੇ ਦਾਜ ਦੇਣਾ ਦੋਨੇ ਲਾਹਨਤ ਨੇ। ਇਹ ਲਾਹਨਤ ਨਹੀਂ ਹੈ। ਸਮਾਜ ਦੇ ਵਿੱਚ ਕੋਈ ਕੁਝ ਵੀ ਆਖੀ ਜਾਵੇ, ਗੁਰੂ ਨਾਨਕ ਦਾ ਘਰ ਤੇ ਗੱਲ ਕਹਿੰਦਾ ਹੈ, ਹੱਕ ਪਰਾਇਆ ਉਹ ਹੈ ਜੋ ਤੇਰਾ ਨਹੀਂ ਹੈ ਪਰ ਤੇਰੀ ਨੀਅਤ ਉਸ ਤੇ ਖੋਟੀ ਹੈ ਕਿ ਮੇਰਾ ਹੋ ਜਾਵੇ, ਉਹਨੂੰ ਪਰਾਇਆ ਹੱਕ ਗੁਰੂ ਨਾਨਕ ਦੇ ਘਰ ਨੇ ਕਿਹਾ ਹੈ। ਸਮਾਜ ਦੇ ਵਿੱਚ ਜਿਹੜੀਆਂ ਧੀਆਂ ਨੂੰ ਪਹਿਲਾਂ ਪਰਾਈਆਂ ਕਹਿੰਦੇ ਰਹੇ, ਵਿਆਹੀ ਤੋਂ ਬਾਅਦ ਜਿੱਥੇ ਵਿਆਹੀ ਗਈ ਉਹ ਪਰਾਈ ਕਹਿੰਦੇ ਰਹੇ, ਇਹ ਆਪਣੀ ਕਿਸੇ ਦੀ ਹੋ ਨਹੀਂ ਰਹੀ। ਤਾਂ ਮਤ ਤੁਸੀਂ ਭੁਲੇਖੇ ਦੇ ਵਿੱਚ ਰਹਿਣਾ ਕਿ ਜਿਹੜੀ ਧੀ ਦਾ 40-50 ਸਾਲ ਤੱਕ ਖੂਨ ਗੁਲਾਮ ਰਿਹਾ ਵਿੱਚ ਹੋਵੇ ਤੇ ਇਹ ਧੀ ਦੀ ਕੁੱਖ ਦੇ ਵਿੱਚੋਂ ਕਦੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਨਮ ਲੈ ਲੈਣਗੇ ਜਾਂ ਬਾਬਾ ਬਾਜ ਸਿੰਘ ਵਰਗੇ ਕਦੇ ਜਨਮ ਲੈ ਲੈਣਗੇ। ਮਤ ਚੱਕਰਾਂ ਦੇ ਵਿੱਚ ਰਹਿਣਾ ਤੁਸੀਂ।
ਗੁਲਾਮੀ ਦੀਆਂ ਜੰਜੀਰਾਂ ਵਿੱਚੋਂ ਕੱਢਿਆ ਨਹੀਂ। ਅਜੋਕੇ ਸਮੇਂ ਦੇ ਵਿੱਚ ਇਹ ਗੱਲਾਂ ਆਮ ਚੱਲਦੀਆਂ ਨੇ। ਸਮਾਜਿਕ ਇਹ ਸਮਾਜ ਦੇ ਨਿਯਮ ਨੇ ਜੋ ਪੁਰਾਤਨ ਸਮੇਂ ਤੋਂ ਲੈ ਕੇ ਚੱਲੇ ਆ ਰਹੇ ਨੇ, ਔਰ ਸਮਾਜ ਇਸ ਦੇ ਨਾਲ ਨਾਲ ਹਮੇਸ਼ਾ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ। ਤੋ ਮਾਂ ਬਾਪ ਦਾ ਇਹ ਫਰਜ਼ ਹੈ, ਔਰ ਪੁੱਤਰ ਦਾ, ਧੀਆਂ ਦਾ ਇਹ ਫਰਜ਼ ਹੈ ਕਿ ਧੀ ਜਦ ਵੀ ਵਿਆਹੀ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਮਾਂ ਦੇ ਨਾਲ ਦੁੱਖ ਦਰਦ ਸਾਂਝਾ ਕਰਦੀ ਹੈ। ਇਹ ਸਮਾਜ ਦੇ ਵਿੱਚ ਚੱਲਦੀ ਹੈ। ਠੀਕ ਹੈ ਕਿ ਜਿਸ ਮਾਂ ਬਾਪ ਨੇ 25-30 ਸਾਲ ਪਾਲਣ ਪੋਸ਼ਣਾ ਕੀਤੀ ਹੈ ਉਸ ਤੋਂ ਬਾਅਦ ਵੀ ਬਹੁਤ ਕੁਝ ਕਰਦੇ ਰਹੇ ਨੇ, ਫਿਰ ਉਹ ਮਾਂ ਬਾਪ ਦੀ ਦੁੱਖ ਸੁੱਖ ਦੇ ਵਿੱਚ ਸਹਾਇਤਾ ਕਰਨੀ ਧੀ ਦਾ ਫਰਜ਼ ਬਣਦਾ ਹੈ। ਪਰ ਦੂਜੇ ਪਾਸੇ ਪੁੱਤਰਾਂ ਨੂੰ ਲਾਹਨਤਾਂ ਪਾਉਂਦੇ ਨੇ, ਕਹਿੰਦੇ ਆਪਣੇ ਮਾਂ ਬਾਪ ਨੂੰ ਨਹੀਂ ਸਮਝਦੇ। ਸੱਚ ਜਾਣਿਓ, ਜੇ ਮਾਂ ਬਾਪ ਦੀ ਦਿੱਤੀ ਹੋਈ ਚੀਜ਼ ਕੋਈ ਵੀ ਸ਼ਰੀਕ ਜਾਂ ਕੋਈ ਨੱਪਣ ਦੇ ਯਤਨ ਕਰੇ, ਪੁੱਤਰ ਜਾਂ ਤੇ ਕਿਸੇ ਨੂੰ ਖਤਮ ਕਰ ਦਿੰਦਾ ਜਾਂ ਆਪਣਾ ਘਰ ਖਤਮ ਕਰ ਲੈਂਦਾ, ਪਰ ਆਪਣੇ ਬਾਪ ਦੀ ਚੀਜ਼ ਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ। ਬਾਪ ਬਿਮਾਰ ਹੋਵੇ, ਮਾਂ ਬਿਮਾਰ ਹੋਵੇ, ਆਪਣਾ ਸਾਰਾ ਘਰ-ਬਾਰ ਵੇਚ ਕੇ ਉਸ ਦਾ ਇਲਾਜ ਕਰਵਾਉਂਦਾ ਪੁੱਤਰ। ਤੇ ਪੁੱਤਰਾਂ ਨੂੰ ਲਾਹਨਤਾਂ ਕਿਹੜੇ ਪਾਸਿਓਂ ਪੈ ਰਹੀਆਂ ਨੇ? ਕਹਿੰਦੇ ਜੀ ਇਹ ਮਾਂ ਬਾਪ ਨੂੰ ਪਾਣੀ ਨਹੀਂ ਦਿੰਦੇ, ਮਾਂ ਬਾਪ ਦੀ ਸਾਂਭ ਸੰਭਾਲ ਨਹੀਂ ਕਰਦੇ। ਇਹ ਸਾਂਭ ਸੰਭਾਲ ਮਾਂ ਬਾਪ ਦੀ ਜਾਇਦਾਦ ਦੀ, ਮਾਂ ਬਾਪ ਦੀ, ਉਹਨਾਂ ਦੇ ਘਰ-ਬਾਰ ਦੀ ਪੁੱਤਰ ਧੀਆਂ ਕਰ ਰਹੇ ਨੇ। ਪਰ ਬਿਨਾਂ ਵਜ੍ਹਾ ਕਾਰਨਾਂ ਕਰਕੇ ਬਹੁਤ ਲੋਕ ਇੱਕ ਨੂੰ ਸਿਫਤ ਕਰਕੇ ਉਹਨੂੰ ਉੱਚਾ ਚੜ੍ਹਾ ਰਹੇ ਨੇ, ਤੇ ਬਹੁਤ ਲੋਕ ਇੱਕ ਦੀਆਂ ਨਿੰਦਿਆ ਕਰ ਕਰਕੇ ਉਹਨੂੰ ਥੱਲੇ ਸੁੱਟ ਰਹੇ ਨੇ। ਹਾਲਾਂਕਿ ਪੁੱਤਰ ਅਤੇ ਧੀ ਦੋਨੇ ਮਾਂ ਬਾਪ ਨੂੰ ਬਰਾਬਰ ਸਮਾਨ ਨੇ, ਔਰ ਦੋਨੇ ਰਲ ਮਿਲ ਕੇ ਧੀ ਅਤੇ ਪੁੱਤਰ ਆਪਣੇ ਮਾਂ ਬਾਪ ਦੀ ਨਿਰੰਤਰ ਸੇਵਾ ਕਰ ਰਹੇ ਨੇ। ਪਰ ਦੁਨੀਆਦਾਰੀ ਦੇ ਵਿੱਚ ਦਿਸ ਕਿਸੇ ਵਿਰਲੇ ਵਿਰਲੇ ਨੂੰ ਰਿਹਾ ਹੈ। ਸੋ ਬਾਝ ਦੇ ਵਿੱਚ ਇਹ ਗੁਣ ਸੀ, ਆਪਾਂ ਸਰਵਣ ਕਰ ਰਹੇ ਸੀ ਕਿ ਬਾਝ ਕਿਸੇ ਦਾ ਪਰਾਇਆ ਕੀਤਾ ਹੋਇਆ ਸ਼ਿਕਾਰ ਨਹੀਂ ਖਾਂਦਾ, ਉਹ ਆਪਣਾ ਸ਼ਿਕਾਰ ਖੁਦ ਕਰਕੇ ਫਿਰ ਬਾਜ ਖਾਂਦਾ ਹੈ। ਬਾਜ ਦੇ ਵਿੱਚ ਇਹ ਗੁਣ ਹੈ, ਆਪਣਾ ਸ਼ਿਕਾਰ ਕਰਨਾ। ਸਿੱਖਾ ਤੇਰੇ ਵਿੱਚ ਗੁਣ ਹੋਵੇ ਕਿ ਜੋ ਮੈਂ ਆਪਣਾ ਕਿਰਤ ਕਮਾਈ ਕਰਦਾ, ਆਪਣੀ ਕਿਰਤ ਕਮਾਈ ਕਰਕੇ ਹੀ ਆਪਣੇ ਪਰਿਵਾਰ ਦੀ ਕੁਟੁੰਬ ਦੀ ਪਾਲਣ ਪੋਸ਼ਣਾ ਕਰਨੀ ਹੈ। ਉਸ 'ਤੇ ਨਜ਼ਰ ਤੇਰੀ ਕਦੇ ਨਾ ਜਾਵੇ। ਜੋ ਤੇਰਾ ਧਨ ਨਹੀਂ ਹੈ ਉਹ 'ਤੇ ਨਜ਼ਰ ਤੇਰੀ ਕਦੇ ਖੋਟੀ ਨੀਅਤ ਨਹੀਂ ਹੋਣੀ ਚਾਹੀਦੀ ਕਿ ਧਨ ਮੇਰੇ ਘਰ ਦੇ ਵਿੱਚ ਆ ਜਾਵੇ ਜਾਂ ਇਹ ਪਦਾਰਥ ਮੇਰੇ ਘਰ ਦੇ ਵਿੱਚ ਆ ਜਾਣ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਆਪਣੇ ਨਾਲ ਬਾਝ ਰੱਖਿਆ, ਔਰ ਇਹ ਬਾਝ ਦੇ ਵਿੱਚ ਬਹੁਤ ਸਾਰੇ ਗੁਣ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਿਹਾ ਸਿੱਖਾ, ਇਹ ਤੇਰੇ ਵਿੱਚ ਵੀ ਸਾਰੇ ਦੇ ਸਾਰੇ ਗੁਣ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ। ਤਾਂ ਹੀ ਸਤਿਗੁਰੂ ਮਹਾਰਾਜ ਜੀਆਂ ਨੂੰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਬਾਜਾਂ ਵਾਲੇ ਸਤਿਗੁਰ ਪੈਰ ਸਤਿਕਾਰ ਦੇ ਨਾਲ ਆਖਿਆ ਜਾਂਦਾ ਹੈ। ਤੋ ਇਸ ਦੇ ਵਿੱਚ ਇੱਕ ਵੱਡੀ ਗੱਲ ਕਿ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਪਕੜੇ ਗਏ ਸਨ, ਉਹਨਾਂ ਦੇ ਨਾਲ ਵੀ ਇੱਕ ਬਾਬਾ ਬਾਜ ਸਿੰਘ ਜੀ ਸਨ, ਸਿੰਘ ਦੇ ਜੱਥੇ ਬਾਬਾ ਬਾਜ ਸਿੰਘ ਜੀ। ਤੋ ਇਹ ਜਿਹੜੇ ਬਾਬਾ ਬਾਜ ਸਿੰਘ ਜੀਆਂ ਦਾ, ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਇਹਨਾਂ ਦਾ ਪਕੜਿਆ ਜਾਣਾ, ਤੇ ਉਸ ਤੋਂ ਬਾਅਦ ਬਾਬਾ ਬਾਜ ਸਿੰਘ ਜੀਆਂ ਨੇ ਪਕੜੇ ਜਾਣਾ, ਪੈਰਾਂ ਦੇ ਵਿੱਚ ਵੇੜੀਆਂ ਨੇ, ਹੱਥ ਦੇ ਵਿੱਚ ਹੱਥ ਕੜੀਆਂ ਨੇ, ਸਾਰਾ ਸਰੀਰ ਸੰਗਲਾਂ ਦੇ ਨਾਲ ਬੰਨਿਆ ਹੋਇਆ ਸੀ। ਫਿਰ ਵੀ ਬਾਬਾ ਬਾਜ ਸਿੰਘ ਨੇ ਬਹੁਤ ਵੱਡੀ ਫਰਤੀਲੀ ਦਿਖਾਈ ਸੀ। ਤੋ ਇਹ ਆਪਾਂ ਗੁਰੂ ਸਾਹਿਬ ਕਿਰਪਾ ਕਰਨ, ਕੱਲ੍ਹ ਨੂੰ ਸਰਵਣ ਜ਼ਰੂਰ ਕਰਾਂਗੇ। ਅਕਾਲ ਪੁਰਖ ਨੇ ਕਿਰਪਾ ਕੀਤੀ, ਸੰਗਤਾਂ ਰਹਿਮਤ ਕਰਨ। ਅੱਜ ਇੱਥੇ ਸਮਾਪਤੀ ਦਾ ਟਾਈਮ। ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।